फसे चोर जिम तिन हठ किया, सतगुर रखणो खालसो पिया। परम सत्कारयोग धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਮੁਕੱਦਸ ਗੋਦ ਵਿੱਚ ਸੁਭਾਈਮਾਨ ਸਤ ਸੰਗੀ ਜਨੋ, ਵਡਭਾਗੇ ਹਾਂ ਜੋ ਸੰਧਿਆ ਦੇ ਦੀਵਾਨਾਂ ਵਿੱਚ ਬੈਠ ਕੇ ਰੱਬੀ ਇਲਾਹੀ ਬਾਣੀ ਦਾ ਹਰ ਜਸ ਕੀਰਤਨ ਸਰਵਣ ਕਰ ਰਹੇ ਸਾਂ। ਹੁਣ ਆਓ ਗੁਰਸਿੱਖਾਂ ਦੀ ਖਾਲਸੇ ਦੀ ਉਤਪਤੀ ਦੀ ਕਥਾ ਦੇ ਨਾਲ ਜੁੜਨ ਦਾ ਯਤਨ ਕਰੀਏ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਵਿਚਾਰਿਆ ਸੀ ਭਾਈ ਸੁੱਖਾ ਸਿੰਘ ਜੀ ਦੀ ਅਗਵਾਈ ਵਿੱਚ ਕੁਝ ਸਿੱਖ ਝੱਲ ਦੇ ਵਿੱਚ ਵੜ ਗਏ। ਰਾਤ ਪੈ ਗਈ। ਇੱਧਰ ਸ਼ਾਹੀ ਫੌਜ ਆਪਣੇ ਡੇਰਿਆਂ ਨੂੰ ਕੂਚ ਕਰਨ ਲੱਗੀ, ਪਰ ਲਖਪਤ ਰਾਏ ਨੇ ਤਾੜਨਾ ਕਰਦਿਆਂ ਹੋਇਆ ਪਿੱਛਾ ਕਰਨ ਵਾਸਤੇ ਭੇਜਿਆ ਕਿ ਕਿਤੇ ਸਿੱਖ ਨਿਕਲ ਨਾ ਜਾਣ। ਸਿੱਖ ਹੌਲੀ ਹੌਲੀ ਅੱਗੇ ਪੰਥ ਨੂੰ ਤੁਰ ਰਹੇ ਹਨ। ਦਿਨ ਚੜ ਗਿਆ ਹੈ। ਜੇ ਸਿੱਖ ਤੁਰਕਾਂ ਦੇ ਹੱਥ ਆਉਂਦਾ ਹੈ, ਤੁਰਕ ਮਾਰ ਦਿੰਦੇ ਹਨ ਸਿੱਖ ਨੂੰ। ਜੇ ਤੁਰਕ ਸਿੱਖਾਂ ਦੇ ਹੱਥ ਆਉਂਦਾ ਹੈ ਤੇ ਸਿੱਖ ਮਾਰ ਦਿੰਦੇ ਹਨ। ਲਖਪਤ ਰਾਏ ਦੀ ਸਲਾਹ ਦੇ ਨਾਲ ਹੈਦਰੀ ਝੰਡਾ ਝੁਲਾਇਆ ਗਿਆ। ਮੁਸਲਮਾਨ ਧਰਮ ਦਾ ਵਾਸਤਾ ਪਾ ਕੇ ਲੋਕਾਂ ਨੂੰ ਇਕੱਠਿਆ ਕੀਤਾ ਗਿਆ ਅਤੇ ਉਹਨਾਂ ਨੂੰ ਝੱਲ ਦੇ ਵਿੱਚ ਵਾੜਿਆ ਗਿਆ ਤਾਂ ਜੋ ਉਹ ਲੋਕ ਧਰਮ ਦੀ ਖਾਤਰ ਇਹਨਾਂ ਸਿੱਖਾਂ ਨੂੰ ਮਾਰ ਦੇਣ। ਉਹਨਾਂ ਦੇ ਮਗਰ ਹੀ ਲਖਪਤ ਰਾਏ ਨੇ ਆਪਣੇ ਸਿਪਾਹੀ ਵੀ ਭੇਜ ਦਿੱਤੇ। ਤੇ ਜਦੋਂ ਭਾਈ ਸੁੱਖਾ ਸਿੰਘ ਜੀ ਨੇ ਵੇਖਿਆ ਕਿ ਚੌਵਾਂ ਬੰਨਿਆਂ ਤੋਂ ਸਾਨੂੰ ਮਲਖਈਆ ਪਰਜਾ ਨੇ ਘੇਰ ਲਿਆ ਹੈ, ਨਾਲ ਫੌਜ ਵੀ ਹੈ, ਤੇ ਭਾਈ ਸੁੱਖਾ ਸਿੰਘ ਜੀ ਨੇ ਫਿਰ ਖਾਲਸੇ ਨੂੰ ਹਮਲਾ ਕਰਨ ਲਈ ਪ੍ਰੇਰਿਆ। ਇੱਥੋਂ ਤੱਕ ਆਪਾਂ ਵਿਚਾਰਿਆ ਸੀ ਕੱਲ। ਅਗਲੇਰੇ ਪ੍ਰਸੰਗ ਨੂੰ ਭਾਈ ਰਤਨ ਸਿੰਘ ਜੀ ਭੰਗੂ ਕਿਵੇਂ ਕਲਮਬੰਦ ਕਰਦੇ ਹਨ, ਉਹਦੀ ਵਿਚਾਰ ਆਪਾਂ ਕਰਨੀ ਹੈ। ਵਿਚਾਰ ਆਰੰਭਣ ਤੋਂ ਪਹਿਲਾਂ ਆਓ ਗੁਰਦੇਵ ਦੇ ਚਰਨਾਂ 'ਚ ਹਾਜ਼ਰੀ ਲਵਾਈਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਸੇ ਚੋਰ ਜਿਮ ਤਿਨ ਹਠ ਕੀਆ, ਫਸੇ ਚੋਰ ਜਿਮ ਤਿਨ ਹਠ ਕੀਆ। ਭਾਈ ਸੁੱਖਾ ਸਿੰਘ ਜੀ ਦੇ ਨਾਲ ਕੁਝ ਸਿੱਖ ਝੱਲ ਦੇ ਵਿੱਚ ਫਸੇ ਹਨ। ਦੋਵਾਂ ਬੰਨਿਆਂ ਤੋਂ ਮਲਖਈਆ ਪਰਜਾ ਨੇ ਵੀ ਆ ਕੇ ਘੇਰ ਲਿਆ ਹੈ ਤਾਂ ਜੋ ਇਹਨਾਂ ਸਿੱਖਾਂ ਨੂੰ ਖਤਮ ਕੀਤਾ ਜਾ ਸਕੇ, ਮਾਰਿਆ ਜਾ ਸਕੇ। ਜਦੋਂ ਚੌਵਾਂ ਬੰਨਿਆਂ ਤੋਂ ਸਿੱਖਾਂ ਨੇ ਆਪਣੇ ਆਪ ਨੂੰ ਘਿਰਿਆ ਹੋਇਆ ਜਾਣ ਲਿਆ, ਭਾਈ ਸੁੱਖਾ ਸਿੰਘ ਜੀ ਕਹਿੰਦੇ ਖਾਲਸਾ ਜੀ ਇਹ ਬੇਕਸੂਰ ਹਨ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਹਨਾਂ ਨੂੰ ਸੱਚਾਈ ਦਾ ਪਤਾ ਕੋਈ ਨਹੀਂ ਹੈ। ਇਹ ਸਿਰਫ ਭੁਲੇਖੇ ਦਾ ਸ਼ਿਕਾਰ ਹੋ ਕੇ ਸਾਨੂੰ ਮਾਰਨ ਵਾਸਤੇ ਆ ਗਏ ਹਨ। ਪਰ ਜੇ ਆਪਾਂ ਹੁਣ ਇਹਨਾਂ ਨੂੰ ਮਾਰਦੇ ਨਹੀਂ ਜਾਂ ਹਮਲਾ ਨਹੀਂ ਕਰਦੇ ਤਾਂ ਇਹਨਾਂ ਨੇ ਸਾਨੂੰ ਮਾਰ ਦੇਣਾ ਹੈ। ਤੇ ਜੇ ਆਪਾਂ ਹਮਲਾ ਕਰਕੇ ਆਪਣੀ ਜਾਨ ਬਚਾਉਣੀ ਚਾਹੁੰਦੇ ਹਾਂ ਤਾਂ ਫਿਰ ਇਹਨਾਂ ਬੇਕਸੂਰਾਂ ਦੇ ਉੱਤੇ ਤਲਵਾਰ ਚਲਾਉਣੀ ਹੀ ਪੈਣੀ ਹੈ, ਕਿਉਂਕਿ ਹੋਰ ਸਾਡੇ ਕੋਲ ਚਾਰਾ ਕੋਈ ਨਹੀਂ ਹੈ। ਜਿਵੇਂ ਇੱਕ ਚੋਰ ਘਰ ਦੇ ਵਿੱਚ ਫਸ ਜਾਵੇ ਤਾਂ ਆਪਣੀ ਜਾਨ ਬਚਾਉਣ ਦੇ ਲਈ ਉਹ ਪਰਿਵਾਰ ਨੂੰ ਧੱਕਾ ਦੇ ਕੇ ਨਿਕਲ ਕੇ ਆਪਣੀ ਜਾਨ ਬਚਾ ਲੈਂਦਾ ਹੈ। ਹੁਣ ਉਸੇ ਤਰੀਕੇ ਦੇ ਨਾਲ ਇਸ ਮਲਖਈਆ ਪਰਜਾ ਨੂੰ
ਚੀਰਦਿਆਂ ਹੋਇਆ ਰਾਹ ਬਣਾ ਕੇ ਆਪਣੀ ਜਾਨ ਬਚਾਉਣ ਦਾ ਯਤਨ ਕਰੀਏ। ਫਸੇ ਚੋਰ ਜਿਵ ਤਿੰਨ ਹੱਠ ਕੀਆ, ਜਿਵੇਂ ਚੋਰ ਘਰ ਦੇ ਵਿੱਚ ਫਸ ਜਾਵੇ, ਉਹ ਹੱਠ ਕਰਕੇ ਅੰਦਰ ਆਪਣੇ ਆਪ ਨੂੰ ਤਾੜ ਲੈਂਦਾ ਹੈ। ਪਰ ਜਦੋਂ ਪਤਾ ਲੱਗਦਾ ਹੁਣ ਕੋਈ ਰਾਹ ਨਹੀਂ, ਤਾਂ ਉਹ ਦਰਵਾਜ਼ਾ ਖੋਲ ਕੇ ਬਾਹਰ ਦੇ ਲੋਕਾਂ ਨੂੰ ਧੱਕਾ ਮਾਰ ਕੇ ਨਿਕਲ ਜਾਂਦਾ ਹੈ। ਖਾਲਸਾ ਜੀ, ਆਪਾਂ ਵੀ ਹੁਣ ਫਸੇ ਹੋਏ ਹਾਂ ਤੇ ਹੁਣ ਦਰਵਾਜ਼ਾ ਖੋਲ ਕੇ ਭਾਵ ਕਿ ਹੁਣ ਜਕਾਰਾ ਛੱਡ ਕੇ ਇਹਨਾਂ ਪਰਜਾ ਨੂੰ, ਇਹਨਾਂ ਲੋਕਾਂ ਨੂੰ ਧੱਕਾ ਮਾਰ ਕੇ, ਇਹਨਾਂ ਲੋਕਾਂ ਨੂੰ ਚੀਰਦਿਆਂ ਹੋਇਆ, ਇਹਨਾਂ ਲੋਕਾਂ ਉੱਤੇ ਹਮਲਾ ਕਰਦਿਆਂ ਹੋਇਆ ਰਾਹ ਬਣਾ ਕੇ ਆਪਣੀ ਜਾਨ ਬਚਾਉਣ ਦਾ ਯਤਨ ਕੀਤਾ ਜਾਵੇ। ਸਤਿਗੁਰ ਰਖਣੋ ਖਾਲਸੋ ਥੀਆ, ਸਤਿਗੁਰ ਰਖਣੋ ਖਾਲਸੋ ਥੀਆ। ਭਾਈ ਰਤਨ ਸਿੰਘ ਜੀ ਕਹਿੰਦੇ, ਭਾਈ ਸੁੱਖਾ ਸਿੰਘ ਜੀ ਖਾਲਸੇ ਨੂੰ ਕਹਿੰਦੇ ਹਨ ਕਿ ਖਾਲਸੇ ਦੀ ਜ਼ਰੂਰ ਸਤਿਗੁਰੂ ਪੈਜ ਰੱਖੇਗਾ, ਕਿਉਂਕਿ ਖਾਲਸੇ ਨੂੰ ਸਤਿਗੁਰੂ ਜੀ ਨੇ ਆਪ ਸਾਜਿਆ ਹੈ। ਦੋਹਰਾ ਤੋ ਸਿੰਘ ਹੱਲਾ ਕਰ ਪਏ ਜੱਟ, ਚੱਲੇ ਸੋ ਅੱਗੇ ਲਾਗ। ਤੋ ਸਿੰਘ ਹੱਲਾ ਕਰ ਪਏ ਜੱਟ, ਚੱਲੇ ਸੋ ਅੱਗੇ ਲਾਗ। ਭਾਈ ਰਤਨ ਸਿੰਘ ਜੀ ਕਹਿੰਦੇ, ਫਿਰ ਸਿੱਖਾਂ ਨੇ ਗੁਰਮਤਾ ਕੀਤਾ, ਸਲਾਹ ਕੀਤੀ ਅਤੇ ਹਮਲਾ ਕਰਨ ਦਾ ਫੈਸਲਾ ਹੋਇਆ। ਤੇ ਸਿੱਖਾਂ ਨੇ ਫਿਰ ਉਹਨਾਂ ਲੋਕਾਂ ਦੇ ਉੱਤੇ ਹਮਲਾ ਕੀਤਾ, ਹੱਲਾ ਕੀਤਾ। ਤੇ ਜਿਹੜੇ ਜੱਟ ਬੂਟ ਉਹ ਪਰਜਾ ਵਾਲੇ ਲੋਕ ਆਏ ਸਨ, ਉਹ ਲੋਕਾਂ ਨੇ ਜਦੋਂ ਵੇਖਿਆ ਕਿ ਸਾਡੀ ਜਾਨ ਤੇ ਬਣ ਗਈ ਹੈ, ਜਦੋਂ ਪਤਾ ਲੱਗਾ ਸਾਡੀ ਪੇਸ਼ ਕੋਈ ਨਹੀਂ ਜਾਣੀ, ਤਾਂ ਜਾਨ ਬਚਾਉਂਦੇ ਹੋਏ ਅੱਗੇ ਲਾ ਕੇ ਉਹ ਭੱਜ ਗਏ। ਪੁੱਠੇ ਪੈਰੀ ਜਿਹੜਾ ਉਹ ਭੱਜਣ ਲੱਗੇ ਅਤੇ ਆਪਣੀ ਜਾਨ ਬਚਾਉਣ ਲੱਗੇ। ਜੋ ਲੱਭੇ ਸੋ ਖੋ ਲਏ, ਦਏ ਜਾਨ ਬਹੁ ਭਾਗ। ਜੋ ਲੱਭੇ ਸੋ ਖੋ ਲਏ, ਦਏ ਜਾਨ ਬਹੁ ਭਾਗ। ਜਿਹੜੇ ਜਾਨ ਬਚਾਉਣ ਮਾਰਨ ਵਾਸਤੇ ਆਏ ਸਨ, ਉਹ ਆਪਣੀ ਜਾਨ ਬਚਾਉਂਦੇ ਹੋਏ ਪਿੱਛੇ ਭੱਜਣ ਲੱਗੇ। ਤੇ ਭੱਜਦਿਆਂ ਹੋਇਆਂ ਦੇ ਕੋਲੋਂ ਸਿੱਖਾਂ ਨੇ ਉਹਨਾਂ ਦਾ ਸਮਾਨ ਖੋਲਿਆ, ਕਿਸੇ ਦਾ ਸ਼ਸਤਰ ਖੋਲਿਆ, ਕਿਸੇ ਦਾ ਕੁਝ ਖੋਲਿਆ, ਭਾਵ ਕਿ ਭੱਜੇ ਜਾਂਦਿਆਂ ਦਾ ਬਹੁਤ ਸਾਰਾ ਸਮਾਨ ਸਿੱਖਾਂ ਨੇ ਖੋਹ ਲਿਆ। ਚੌਪਈ ਕਈ ਸੋ ਤਿਨ ਕੀ ਘੋੜੀ ਲਈ, ਕਈ ਸੋ ਤਿਨ ਕੀ ਘੋੜੀ ਲਈ। ਕਈਆਂ ਦੇ ਕੋਲੋਂ ਸਿੱਖਾਂ ਨੇ ਉਹਨਾਂ ਦੀਆਂ ਘੋੜੀਆਂ ਖੋਲੀਆਂ ਹਨ। ਤੇ ਜਿਹੜੇ ਸਿੱਖ ਪੈਦਲ ਸਨ ਜਾਂ ਜਿਨ੍ਹਾਂ ਦੇ ਘੋੜੇ ਕਮਜ਼ੋਰ ਹੋ ਗਏ ਸਨ, ਉਹਨਾਂ ਘੋੜੀਆਂ ਨੂੰ ਸਿੱਖਾਂ ਨੇ ਕਾਬੂ ਕਰ ਲਿਆ ਹੈ। ਬਸਤਰ ਸ਼ਸਤਰ ਦੇ ਗਏ ਕਈ, ਸ਼ਸਤਰ ਬਸਤਰ ਦੇ ਗਏ ਕਈ। ਤੇ ਕਈ ਆਪਣੀ ਜਾਨ ਬਚਾਉਣ ਦੇ ਲਈ ਖੁਦ ਹੀ ਸਿੱਖਾਂ ਨੂੰ ਸ਼ਸਤਰ ਬਸਤਰ ਦੇ ਗਏ ਕਿ ਸਾਨੂੰ ਛੱਡ ਦਿੱਤਾ ਜਾਵੇ, ਸਾਨੂੰ ਮਾਰਿਆ ਨਾ ਜਾਵੇ। ਫੇਰ ਸਿੰਘ ਹੋਏ ਤੁਰੇ ਸੁਖਾਰੇ, ਫੇਰ ਸਿੰਘ ਹੋਏ ਤੁਰੇ ਸੁਖਾਰੇ। ਜਦੋਂ ਸਿੱਖਾਂ ਨੇ ਜ਼ੋਰਦਾਰ ਹਮਲਾ ਕੀਤਾ, ਪਰਜਾ ਦੀ ਪੇਸ਼ ਕੋਈ ਨਾ ਚੱਲਣ ਦਿੱਤੀ, ਤਾਂ ਪਰਜਾ ਅੱਗੇ ਲੱਗ ਕੇ ਭੱਜ ਗਈ ਤੇ ਸਿੱਖਾਂ ਨੂੰ ਸੁਖਾਰਾ ਹੋ ਗਿਆ। ਹੁਣ ਤੁਰਨਾ ਸੌਖਾ ਹੋ ਗਿਆ, ਹੁਣ ਅਗਲਾ ਪੰਧ ਕਰਨਾ ਸੌਖਾ ਹੋ ਗਿਆ। ਜੋ ਲਰਨ ਵਾਰੇ ਤੇ ਸਭ ਹਾਰੇ, ਜੋ ਲਰਨ ਵਾਰੇ ਤੇ ਸਭ ਹਾਰੇ। ਜਿਹੜੇ ਲੜਨ ਵਾਸਤੇ ਆਏ ਸਨ, ਸਿੱਖਾਂ ਨੂੰ ਮਾਰਨ ਵਾਸਤੇ ਆਏ ਸਨ, ਸਿੱਖਾਂ ਨੂੰ ਖਤਮ ਕਰਨ ਵਾਸਤੇ ਆਏ ਸਨ, ਉਹ ਸਾਰੇ ਦੇ ਸਾਰੇ ਹੱਬ ਕੇ ਹਾਰ ਖਾ ਕੇ ਪਿੱਛੇ ਨੂੰ ਮੁੜ ਗਏ। ਕਿਛ ਕੋ ਸਿੰਘਨ ਕੋ ਬਹਿਲ ਭਇਓ, ਕਿਛਕ ਸਿੰਘਨ ਕੋ ਬੇਹਲ ਭਇਓ। ਹੁਣ ਦੁਸ਼ਮਣ ਵੀ ਪਿੱਛੇ ਰਹਿ ਗਿਆ ਹੈ ਤੇ ਸਿੱਖਾਂ ਦਾ ਇਸ ਬੰਨਿਓ ਦੁਸ਼ਮਣ ਦੇ ਵੱਲਿਓ ਖਹਿੜਾ ਛੁੱਟਿਆ ਹੈ। ਕੁਝ ਕੁ ਸਮਾਂ ਵੇਲ ਦਾ ਮਿਲ ਗਿਆ ਹੈ ਕਿ ਹੁਣ ਦੁਸ਼ਮਣ ਜਿਹੜਾ ਸਾਡੇ ਤੱਕ ਨਹੀਂ ਪਹੁੰਚ ਸਕਦਾ। ਤਬ ਮਾਝੇ ਕੋ ਵੜਨੋ ਠਇਓ, ਤਬ ਮਾਝੇ ਕੋ ਵੜਨੇ ਠਇਓ। ਫਿਰ ਸਿੱਖਾਂ ਨੇ ਫੈਸਲਾ ਕੀਤਾ ਕਿ ਆਪਾਂ ਹੁਣ ਮਾਝੇ ਦੇਸ਼ ਦੇ ਵਿੱਚ, ਮਾਝੇ ਜ਼ੋਨ ਵਿੱਚ, ਮਾਝੇ ਖੇਤਰ ਵਿੱਚ ਪ੍ਰਵੇਸ਼ ਕਰੀਏ। ਤਾਂ ਫਿਰ ਸਿੰਘਨ ਕਰੀ ਸਲਾਹ, ਤਾਂ ਫਿਰ ਸਿੰਘਨ ਕਰੀ ਸਲਾਹ। ਫਿਰ ਸਿੱਖਾਂ ਨੇ ਸਲਾਹ ਕਰਕੇ ਵਾਪਸੀ ਆਉਣ ਦਾ ਗੁਰਮਤਾ ਕੀਤਾ ਹੈ। ਆਗੇ ਦੇਸ਼ ਰਾਮੇ ਕੋ ਆਗੇ ਦੇਸ਼ ਰਾਮੇ ਕੋ ਆਇਓ। ਅੱਗੇ ਰਾਮੇ ਰੰਧਾਵੇ ਦਾ ਦੇਸ਼, ਉਹਦਾ ਪਿੰਡ ਆ ਗਿਆ, ਭਾਵ ਕਿ ਗੁਰਦਾਸਪੁਰ ਏਰੀਆ ਆ ਗਿਆ, ਗੁਰਦਾਸਪੁਰ ਹਲਕਾ ਆ ਗਿਆ। ਸਿੰਘ ਕਹੈ ਅਬ ਟੱਪੀਐ ਦਰਿਆਓ, ਸਿੰਘ ਕਹੇ ਅਬ ਟੱਪੀਏ ਦਰਿਆਓ। ਤੇ ਸਿੱਖ ਫਿਰ ਜਿਹੜਾ ਉਹ ਰਾਵੀ ਦਰਿਆ ਦੇ ਕੰਢੇ ਤੇ ਪਹੁੰਚ ਗਏ ਹਨ ਤੇ ਇੱਥੇ
ਆ ਕੇ ਹੁਣ ਫਿਰ ਸਲਾਹ ਕਰਦੇ ਹਨ ਕਿ ਹੁਣ ਆਪਾਂ ਰਾਵੀ ਦਰਿਆ ਨੂੰ ਟੱਪੀਏ, ਕਿਸੇ ਨਾ ਕਿਸੇ ਤਰੀਕੇ ਰਾਵੀ ਦਰਿਆ ਨੂੰ ਪਾਰ ਕਰੀਏ। कियो उद्यम तब लखने को ਕਿਉ ਉਦਮ ਤਬ ਲਖਨੇ ਕਾਓ, ਫਿਰ ਰਾਵੀ ਦਰਿਆ ਪਾਰ ਕਰਨ ਦਾ ਉਦਮ ਕੀਤਾ ਹੈ। ਫਿਰ ਤਰੀਕਾ ਵਰਤ ਰਹੇ ਹਨ ਕਿ ਕਿਹੜਾ ਢੰਗ ਤਰੀਕਾ ਵਰਤਿਆ ਜਾਵੇ ਕਿ ਇਸ ਰਾਵੀ ਦੇ ਦਰਿਆ ਨੂੰ ਪਾਰ ਕੀਤਾ ਜਾਵੇ, ਤਾਂ ਜੋ ਸੁਖਾਲੇ ਹੀ ਅਸੀਂ ਰਾਵੀ ਦਰਿਆ ਨੂੰ ਪਾਰ ਕਰਕੇ ਮਾਲਵੇ ਖੇਤਰ ਵਿੱਚ ਜਾ ਸਕੀਏ। शिखर दुपहरी तीर दरियाए ਸਿਖਰ ਦੁਪਹਿਰੀ ਤੀਰ ਦਰਿਆਏ, ਸਿਖਰ ਦੀ ਦੁਪਹਿਰ ਲੱਗੀ ਹੋਈ ਹੈ ਅਤੇ ਦਰਿਆ ਦਾ ਪਾਣੀ ਐ ਨੱਕੋ ਨੱਕ ਕੰਢੇ ਤੱਕ ਭਰਿਆ ਹੋਇਆ ਹੈ ਤੇ ਬੜੇ ਤੇਜ਼ ਵਹਾਅ ਦੇ ਨਾਲ ਚੱਲ ਰਿਹਾ ਹੈ। दिब खिब के तुल्ले बनाए ਦਿਬ ਖਿੱਚ ਕੇ ਤੁਲੇ ਬਣਾਏ, ਕਿਉਂਕਿ ਦਬ ਜਿਹੜੀ ਹੁੰਦੀ ਹੈ ਉਹ ਜ਼ਿਆਦਾਤਰ ਦਰਿਆ ਦੇ ਕਿਨਾਰਿਆਂ ਤੇ ਹੁੰਦੀ ਹੈ ਤੇ ਸਿੱਖਾਂ ਦੇ ਕੋਲ ਹੁਣ ਸਮਾਂ ਹੈ, ਕਿਉਂਕਿ ਦੁਸ਼ਮਣ ਕਾਫੀ ਪਿੱਛੇ ਰਹਿ ਗਿਆ ਹੈ ਤੇ ਸਿੱਖਾਂ ਨੇ ਦਬ ਖਿੱਚਣੀ ਸ਼ੁਰੂ ਕੀਤੀ, ਕਾਨੇ ਖਿੱਚਣੇ ਸ਼ੁਰੂ ਕੀਤੇ, ਤਾਂ ਜੋ ਇਹਨਾਂ ਕਾਨਿਆਂ ਦਾ ਸਹਾਰਾ ਲੈ ਕੇ ਦਿਬ ਦਾ ਸਹਾਰਾ ਲੈ ਕੇ ਰਾਵੀ ਦਰਿਆ ਨੂੰ ਜਿਹੜਾ ਪਾਰ ਕਰ ਸਕੀਏ। भयो खालसो इम्हे उरार ਭਇਓ ਖਾਲਸੋ ਇਮੈ ਉਰਾਰ, ਇਸ ਤਰੀਕੇ ਨਾਲ ਖਾਲਸਾ ਜਿਹੜਾ ਰਾਵੀ ਦਰਿਆ ਦੇ ਉਰਲੇ ਬੰਨੇ ਆ ਗਿਆ। वहाँ खड़े रहे करी दुए चारा ਉਹਾਂ ਖੜੇ ਰਹੇ ਘਰੇ ਦੋ ਚਾਰਾ, ਰਾਵੀ ਦਰਿਆ ਪਾਰ ਕਰਕੇ ਸਿੱਖ 2-4 ਘੜੀਆਂ ਜਿਹੜੀਆਂ ਉੱਥੇ ਖਲੋਤੇ ਰਹੇ, ਆਰਾਮ ਕੀਤਾ ਹੈ, ਤਾਂ ਜੋ ਜਿਹੜੇ ਹਜੇ ਪਿਛਲੇ ਸਿੱਖ ਹਨ ਉਹ ਵੀ ਸਾਡੇ ਤੱਕ ਪਹੁੰਚ ਜਾਣ ਤੇ ਇਕੱਠਾ ਜਥਾ ਜਿਹੜਾ ਅਗਲੇ ਪੰਥ ਨੂੰ ਕੂਚ ਕੀਤ ਕਰ ਸਕੇ। सवार काठड़े तंग खिंचवाए ਸਵਾਰ ਕਾਠੜੇ ਤੰਗ ਖਿਚਵਾਏ, ਜਿਨ੍ਹਾਂ ਸਿੱਖਾਂ ਦੇ ਕੋਲ ਘੋੜੇ ਸਨ ਉਹ ਰਾਵੀ ਦਰਿਆ ਨੂੰ ਘੋੜਿਆਂ ਦੇ ਰਾਹੀਂ ਪਾਰ ਕਰ ਗਏ। ਜਿਨ੍ਹਾਂ ਸਿੱਖਾਂ ਨੇ ਕਾਨਿਆਂ ਦੇ ਸਹਾਰਾ ਲਿਆ ਉਹ ਵੀ ਪਾਰ ਕਰ ਗਏ। ਜਿਨ੍ਹਾਂ ਸਿੱਖਾਂ ਨੂੰ ਤੈਰਨਾ ਆਉਂਦਾ ਸੀ ਉਹ ਵੀ ਪਾਰ ਕਰ ਗਏ। ਅਤੇ ਜਦੋਂ ਪਾਰ ਕਰ ਗਏ, ਜਿਨ੍ਹਾਂ ਸਿੱਖਾਂ ਦੇ ਕੋਲ ਘੋੜੇ ਸਨ, ਕਿਉਂਕਿ ਕਾਫੀ ਲੰਬੇਰਾ ਸਮਾਂ ਹੋ ਗਿਆ ਦੁਸ਼ਮਣ ਨਾਲ ਸਾਹਮਣਾ ਕਰਦਿਆਂ, ਪੰਧ ਨੂੰ ਤੈਅ ਕਰਦਿਆਂ ਹੋਇਆ, ਤੇ ਘੋੜਿਆਂ ਦੀਆਂ ਕਾਠੀਆਂ ਵੀ ਢਲੀਆਂ ਹੋਈਆਂ ਪਈਆਂ ਹਨ। ਘੋੜਿਆਂ ਦੀਆਂ ਕਾਠੀਆਂ ਨੂੰ ਕੱਸਣ ਤੱਕ ਦਾ ਸਿੱਖਾਂ ਨੂੰ ਸਮਾਂ ਨਹੀਂ ਮਿਲਿਆ। ਤੇ ਜਦੋਂ ਹੁਣ ਪਾਰ ਆ ਗਏ ਹਨ, ਰਾਵੀ ਦਰਿਆ ਨੂੰ ਟੱਪ ਗਏ ਹਨ, ਤੇ ਸਿੱਖਾਂ ਨੇ ਘੋੜਿਆਂ ਦੀਆਂ ਕਾਠੀਆਂ ਨੂੰ ਕੱਸਿਆ, ਤਾਂ ਜੋ ਇਹਨਾਂ ਕਾਠੀਆਂ ਨੂੰ ਕੱਸ ਕੇ ਸਵਾਰੀ ਚੰਗੀ ਤਰੀਕੇ ਨਾਲ ਕੀਤੀ ਜਾ ਸਕੇ। तुरे सिंह तो अगले दाए ਤੁਰੇ ਸਿੰਘ ਤੋਂ ਅਗਲੇ ਦਾਏ, ਜਦੋਂ ਕਾਫੀ ਮਾਤਰਾ ਵਿੱਚ ਸਿੱਖਾਂ ਦਾ ਜਥਾ ਬਣ ਗਿਆ, ਕਾਫੀ ਸਿੱਖ ਪਾਰ ਕਰ ਗਏ, ਕਿਉਂਕਿ ਵੈਸੇ ਇਤਿਹਾਸਕਾਰਾਂ ਦੀ ਖੋਜ ਦੇ ਮੁਤਾਬਕ 3000 ਦੇ ਕਰੀਬ ਜਿਹੜਾ ਸਿੱਖ ਹੈ ਉਹ ਰਾਵੀ ਦਰਿਆ ਨੂੰ ਪਾਰ ਕੀਤਾ ਹੈ। 3000 ਦੇ ਕਰੀਬ ਸਿੱਖਾਂ ਨੇ ਰਾਵੀ ਨੂੰ ਪਾਰ ਕੀਤਾ ਹੈ ਤੇ 7000 ਤੋਂ ਲੈ ਕੇ 10000 ਦੇ ਕਰੀਬ ਸਿੱਖਾਂ ਦਾ ਇਸ ਘੱਲੂ ਘਾਰੇ ਦੇ ਵਿੱਚ ਜਾਨੀ ਨੁਕਸਾਨ ਹੋਇਆ ਹੈ। ਬਾਕੀ ਇੰਨੇ ਸਿੱਖਾਂ ਦਾ ਇੱਕ ਜਿਹੜਾ ਸ਼ਹਾਦਤ ਦਾ ਜਾਮ ਪੀਤਾ ਹੈ, ਜਿਸ ਕਰਕੇ ਇਹਨੂੰ ਛੋਟਾ ਘੱਲੂ ਘਾਰਾ ਕਿਹਾ ਜਾਂਦਾ ਹੈ। ਤੇ ਜਿਹੜਾ ਵੱਡਾ ਘੱਲੂ ਘਾਰਾ ਜਿਹੜਾ ਪ੍ਰਸੰਗ ਅੱਗੇ ਆਉਣਾ ਹੈ, ਉਹਦੇ ਵਿੱਚ ਸਿੱਖਾਂ ਦੀ ਸ਼ਹੀਦ ਹੋਣ ਦੀ ਗਿਣਤੀ ਹੈ ਉਹ 35000 ਤੋਂ ਲੈ ਕੇ ਤੇ 50000 ਦੇ ਕਰੀਬ ਹੈ। ਉਹਨੂੰ ਵੱਡਾ ਘੱਲੂ ਘਾਰਾ ਕਿਹਾ ਜਾਂਦਾ ਹੈ, ਕਿਉਂਕਿ ਉਹਦੇ ਵਿੱਚ ਸਿੱਖਾਂ ਦੀ ਗਿਣਤੀ ਜ਼ਿਆਦਾ ਹੋਈ ਹੈ ਸ਼ਹੀਦਾਂ ਦੀ। ਇਹਦੇ ਵਿੱਚ ਸਿੱਖਾਂ ਦੀ ਗਿਣਤੀ ਤਕਰੀਬਨ 10000 ਦੇ ਤੱਕ ਹੋਈ ਹੈ। ਜਦੋਂ ਸਿੱਖਾਂ ਨੇ ਰਾਵੀ ਦਰਿਆ ਨੂੰ ਪਾਰ ਕਰ ਲਿਆ, ਸਿੱਖ ਅਗਲੇ ਪੰਥ ਨੂੰ ਤੁਰਦੇ ਹਨ। दोहरा जो रहे थो सिंगन पह सो डुबियो दरियाए ਜੋ ਰਹਿਓ ਸੋ ਸਿੰਘਣ ਪੈ ਸੋ ਡੁੱਬਿਓ ਦਰਿਆਏ। ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜਾ ਮਾੜਾ ਮੋਟਾ ਸਮਾਨ ਸਿੱਖਾਂ ਦੇ ਕੋਲ ਸੀ, ਜਿਹੜਾ ਦੁਸ਼ਮਣ ਦੇ ਕੋਲ ਖੋਇਆ ਹੋਇਆ ਸੀ, ਜਾਂ ਜਿਹੜਾ ਸਿੱਖਾਂ ਦੇ ਕੋਲ ਮਾੜਾ ਮੋਟਾ ਹੈਗਾ ਸੀ, ਕਿਉਂਕਿ ਰਾਵੀ ਦਰਿਆ ਨੂੰ ਪਾਰ ਕਰਦਿਆਂ ਹੋਇਆ ਉਹ ਸਾਰੇ ਦਾ ਸਾਰਾ ਸਮਾਨ ਰਾਵੀ ਦਰਿਆ ਦੇ ਭੇਟਾ ਚੜ ਗਿਆ। ਜਿੰਨਾ ਵੀ ਸਮਾਨ ਸੀ ਉਹ ਰਾਵੀ ਦਰਿਆ ਵਿੱਚ ਡੁੱਬ ਗਿਆ, ਕਿਉਂਕਿ ਪਾਣੀ ਨੂੰ ਕੱਲਾ ਬੰਦਾ ਹੀ ਅਪਾਰ ਕਰ ਸਕਦਾ ਸੀ। ਜਿਹੜਾ ਸਮਾਨ ਮਾੜਾ ਮੋਟਾ ਲੁੱਟਿਆ ਹੋਇਆ ਸੀ ਜਾਂ ਪਦਾਰਥ ਇਕੱਠੇ ਕੀਤੇ ਹੋਏ ਸਨ, ਉਹ ਸਾਰੇ ਦੇ ਸਾਰੇ ਰਾਵੀ ਦਰਿਆ ਦੇ ਵਿੱਚ ਡੁੱਬ ਗਏ। अगे तत्ते रेत सो जले सो नंगे पाए ਅੱਗੇ ਤੱਤੇ ਰੇਤ ਸੋ ਜਲੇ ਸੋ ਨੰਗੇ ਪਾਏ। ਹੁਣ ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜੇ ਘੋੜਿਆਂ ਤੇ ਸਵਾਰ ਹਨ ਉਹ ਆਰਾਮ ਨਾਲ ਪੰਥ ਨੂੰ ਤੁਰੀ ਜਾ ਰਹੇ ਹਨ, ਤੇ ਘੋੜੇ ਵਾਲੇ ਉਹ ਅੱਗੇ ਤੁਰੀ ਜਾ ਰਹੇ ਹਨ।
ਪਰ ਜਿਹੜੇ ਸਿੱਖ ਪੈਦਲ ਹਨ, ਹੁਣ ਉਹਨਾਂ ਦੇ ਪੈਰਾਂ ਦੇ ਵਿੱਚ ਜੁੱਤੀ ਤੱਕ ਨਹੀਂ ਹੈ ਕਿ ਜੁੱਤੀ ਪਾਈ ਹੋਵੇ ਪੈਰਾਂ ਦੇ ਵਿੱਚ ਤੇ ਜਿਹੜਾ ਪੰਧ ਨੂੰ ਸਫ਼ਰ ਨੂੰ ਤੈਅ ਕੀਤਾ ਜਾ ਸਕੇ। ਕਿਉਂਕਿ ਜੰਗਲ ਵਿੱਚ ਵੀ ਆਪਾਂ ਵੇਖਦੇ ਹਾਂ ਥਾਂ ਥਾਂ ਤੇ ਭਗੜਾ, ਥਾਂ ਥਾਂ ਤੇ ਕੰਡੇ, ਟੋਵੇ, ਭਾਵ ਕਿ ਬਹੁਤ ਖਤਰਨਾਕ ਰਸਤਾ ਹੈ ਤੁਰਨ ਵਾਲੇ ਬੰਦੇ ਵਾਸਤੇ ਵੀ, ਕਿਉਂਕਿ ਪਤਾ ਕੋਈ ਨਹੀਂ ਕਿੱਥੇ ਪੈਰ ਦੇ ਵਿੱਚ ਕੰਡਾ ਵੱਜ ਜਾਣਾ ਹੈ, ਕਿੱਥੇ ਪੈਰ ਦੇ ਵਿੱਚ ਮਸ਼ਕੋੜ ਆ ਜਾਣੀ ਹੈ, ਟੋਵੇ ਵਿੱਚ ਪੈਰ ਪੈ ਜਾਣਾ ਹੈ। ਤੇ ਜਦੋਂ ਸਿੱਖਾਂ ਨੇ ਰਾਵੀ ਦਰਿਆ ਨੂੰ ਪਾਰ ਕੀਤਾ ਹੈ, ਜਿਨ੍ਹਾਂ ਨੇ ਤੈਰ ਕੇ ਪਾਰ ਕੀਤਾ ਜਾਂ ਕਾਨਿਆਂ ਦੱਬ ਦਾ ਸਹਾਰਾ ਲੈ ਕੇ ਪਾਰ ਕੀਤਾ, ਉਹਨਾਂ ਦੇ ਪੈਰਾਂ ਵਿੱਚ ਜੁੱਤੀ ਤੱਕ ਨਹੀਂ ਹੈ। ਜਦੋਂ ਸਿੱਖਾਂ ਨੇ ਪੰਧ ਨੂੰ ਜਾਣ ਦੀ ਤਿਆਰੀ ਕੀਤੀ ਤੇ ਹੁਣ ਰੇਤ ਤੇ ਤੁਰਦੇ ਹਨ ਤੇ ਸਿਖਰ ਦੁਪਹਿਰ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਰੇਤ ਜਿਹੜੀ ਕਿਵੇਂ ਅੱਗ ਵਾਂਗੂ ਤਪਦੀ ਹੈ। ਹੁਣ ਆਮ ਧਰਤੀ ਤੇ ਆਪਾਂ ਨੰਗੇ ਪੈਰੀ ਤੁਰੀਏ ਗਰਮੀ ਦੀ ਰੁੱਤ ਵਿੱਚ, ਆ ਪੱਥਰ ਤੇ ਆਪਾਂ ਤੁਰਦੇ ਹਾਂ ਤੇ ਪੱਥਰ ਸਾਡੇ ਪੈਰਾਂ ਨੂੰ ਸਾੜਦਾ ਹੈ, ਤੇ ਜਿਹੜੀ ਰੇਤ ਹੈ ਉਹ ਪੱਥਰ ਦੇ ਨਾਲੋਂ ਵੀ ਜ਼ਿਆਦਾ ਤਪਦੀ ਹੈ। ਉਹ ਜਿਹੜੀ ਰੇਤ ਹੈ ਜ਼ਿਆਦਾ ਜਿਹੜੀ ਸੇਕ ਮਾਰਦੀ ਹੈ। ਸਿੱਖ ਜਦੋਂ ਤੁਰਦੇ ਹਨ ਤੱਤੀ ਰੇਤ ਹੋਣ ਕਰਕੇ ਪੈਰਾਂ ਦੇ ਨਾਲ ਤੁਰਿਆ ਨਹੀਂ ਜਾ ਰਿਹਾ, ਕਿਉਂਕਿ ਇਸ ਰੇਤ ਦੇ ਕਾਰਨ ਜਿਹੜੇ ਸਿੱਖਾਂ ਦੇ ਪੈਰ ਉਹ ਸੜ ਰਹੇ ਹਨ। ਚੌਪਈ ਬਹੁਤ ਸੁਘਣੀ ਬਰੇਤੀ ਆਈ, ਬਹੁਤ ਸੁਘਣੀ ਬਰੇਤੀ ਆਈ, ਕਿਉਂਕਿ ਰਾਵੀ ਦਰਿਆ ਦੇ ਕਿਨਾਰੇ ਤੇ ਜਿਹੜੀ ਬਰੇਤੀ ਹੈ, ਜਿਹੜਾ ਰੇਤਲਾ ਇਲਾਕਾ, ਉਹ ਇਹ ਨਹੀਂ ਹੈ ਕਿ 1-2 ਕਿੱਲਿਆਂ ਦਾ ਰਸਤਾ ਹੈ ਕਿ 1-2 ਕਿੱਲੇ ਤੱਕ ਤੁਰਾਂਗੇ, ਅੱਗੇ ਜਿਹੜਾ ਵਾ ਉਹ ਕੱਚਾ ਰਸਤਾ ਆ ਜਾਵੇਗਾ, ਮਿੱਟੀ ਆ ਜਾਵੇਗੀ। ਰਾਵੀ ਦਰਿਆ ਦਾ ਖਾਸ ਕਰਕੇ ਜਿਹੜਾ ਪੰਧ ਸੀ ਰੇਤਾ ਵਾਲਾ, ਉਹ ਤਕਰੀਬਨ ਲਗਭਗ ਵਿਦਵਾਨਾਂ ਦੀ ਖੋਜ ਦੇ ਮੁਤਾਬਿਕ 5-6 ਮੀਲ ਦਾ ਹੈ, ਕਿਉਂਕਿ 5-6 ਮੀਲ ਤੁਰ ਕੇ ਜਿਹੜਾ ਸਫ਼ਰ ਕਰਨਾ ਉਹ ਸੌਖੀ ਗੱਲ ਨਹੀਂ ਹੈ। ਅੱਜ ਵੀ 5-6 ਕਿਲੋਮੀਟਰ ਜਿਹੜਾ ਤੁਰਨਾ ਪਵੇ ਤੇ ਸਾਨੂੰ ਤਕਰੀਬਨ ਜਿਹੜਾ ਅੱਧਾ ਪੌਣਾ ਘੰਟਾ ਲੱਗ ਜਾਂਦਾ, ਜ਼ਿਆਦਾ ਹੀ ਲੱਗਦਾ ਹੈ। ਪਰ ਉਹਦੇ ਸਮੇਂ ਵਿੱਚ ਉਹ ਵੀ ਨੰਗੇ ਪੈਰੀ ਰੇਤ ਤੇ ਤੁਰਨਾ ਤੇ 5-6 ਮੀਲ ਦਾ ਪੈਂਡਾ ਤੈਅ ਕਰਨਾ ਕੋਈ ਸੌਖੀ ਗੱਲ ਨਹੀਂ ਹੈ, ਬੜੀ ਔਖੀ ਗੱਲ ਹੈ, ਕਿਉਂਕਿ ਰੇਤ ਦਾ ਜਿਹੜਾ ਖਲਾਰਾ ਹੈ ਉਹ ਬਹੁਤ ਦੂਰ ਤੱਕ ਖਿਲਰਿਆ ਹੋਇਆ ਹੈ। ਜਨ ਕਰ ਤੱਤੀ ਤਵੀ ਬਿਛਾਈ, ਜਨ ਕਰ ਤੱਤੀ ਤਵੀ ਬਿਛਾਈ। ਭਾਈ ਰਤਨ ਸਿੰਘ ਜੀ ਕਹਿੰਦੇ ਤੱਤੀ ਰੇਤਾ ਏਦਾਂ ਤਪ ਰਹੀ ਹੈ, ਮੰਨ ਲਵੋ ਕਿ ਅੱਗ ਦੇ ਉੱਤੇ ਤਵੀ ਨੂੰ ਰੱਖਿਆ ਹੋਵੇ ਤੇ ਜਿਵੇਂ ਅੱਗ ਦੇ ਨਾਲ ਤਵੀ ਜਿਹੜੀ ਉਹ ਲਾਲ ਹੋ ਜਾਂਦੀ ਹੈ, ਸੇਕ ਮਾਰ ਲੱਗ ਪੈਂਦੀ ਹੈ, ਉਸ ਤਰੀਕੇ ਦੇ ਨਾਲ ਜਿਹੜੀ ਰਾਵੀ ਦੀ ਰੇਤ ਹੈ ਜਾਂ ਉਹ ਇਲਾਕਾ ਹੈ ਇਸ ਤਰੀਕੇ ਨਾਲ ਤਪ ਰਿਹਾ ਹੈ। ਤਬ ਸਿੰਘਨ ਨੇ ਕੱਪੜੇ ਪਾੜੇ, ਤਬ ਸਿੰਘਨ ਨੇ ਕੱਪੜੇ ਪਾੜੇ। ਫਿਰ ਸਿੱਖਾਂ ਨੇ ਤਰਕੀਬ ਵਰਤੀ ਕਿ ਹੁਣ ਪੰਧ ਨੂੰ ਤੇ ਤੈਅ ਕਰਨਾ ਹੀ ਕਰਨਾ ਹੈ, ਤੇ ਹੁਣ ਫਿਰ ਤਰੀਕਾ ਵਰਤਿਆ ਹੈ ਜਿਹੜੇ ਤਨ ਦੇ ਉੱਤੇ ਮਾੜੇ ਮੋਟੇ ਕੱਪੜੇ ਪਾਏ ਹੋਏ ਹਨ, ਜਿਹੋ ਜਿਹੇ ਕੱਪੜੇ ਪਾਏ ਹਨ ਸਿੱਖਾਂ ਨੇ ਆਪਣੇ ਤਨ ਦੇ ਨਾਲੋਂ ਉਹ ਕੱਪੜੇ ਪਾੜ ਦਿੱਤੇ ਹਨ। ਪੈਰੀ ਬੰਦੇ ਬਚੇ ਨਹਿ ਸਾੜੇ, ਪੈਰੀ ਬੰਦੇ ਬਚੇ ਨਾ ਸਾੜੇ। ਤੇ ਤਰਕੀਬ ਇਹ ਵਰਤੀ ਹੈ ਕਿ ਪਾੜ ਕੇ ਕੱਪੜੇ ਉਹਨਾਂ ਨੂੰ ਪੈਰਾਂ ਦੇ ਨਾਲ ਬੰਨ ਲਿਆ ਜਾਵੇ, ਕਿਉਂਕਿ ਪੈਰਾਂ ਨੂੰ ਬੱਧੇ ਹੋਣਗੇ ਤੇ ਤੁਰਨਾ ਸੁਖਾਲਾ ਹੋ ਜਾਵੇਗਾ। ਪਰ ਜਿਹੜੀ ਗਰਮੀ ਹੈ, ਜਿਹੜੀ ਧੁੱਪ ਹੈ, ਉਹ ਪਿੰਡੇ ਨੂੰ ਵੀ ਸਾੜਦੀ ਹੈ। ਇਸ ਨੂੰ ਆਪਾਂ ਚੰਗੀ ਤਰੀਕੇ ਨਾਲ ਜਾਣਦੇ ਹਾਂ ਕਿ ਧੁੱਪ ਨੂੰ ਜਿਹੜਾ ਵਾ ਧੁੱਪ ਜਿਹੜਾ ਉਹ ਸਰੀਰ ਨੂੰ ਕਿਵੇਂ ਸਾੜਦੀ ਹੈ। ਪੈਰਾਂ ਦਾ ਤੇ ਬਚਾਅ ਸਿੱਖਾਂ ਨੇ ਕਰਨ ਦਾ ਢੰਗ ਲੱਭ ਲਿਆ, ਪਰ ਸਿਖਰ ਦੁਪਹਿਰ ਦੇ ਵਿੱਚ ਪਿੰਡੇ ਨੂੰ ਬਚਾਉਣ ਦਾ ਕੋਈ ਸਾਧਨ ਨਹੀਂ ਹੈ। ਭਾਵ ਕਿ ਇੱਕ ਜਿਹੜਾ ਮੁਸੀਬਤ ਦਾ ਹੱਲ ਲੱਭਿਆ ਹੈ, ਦੂਜੀ ਮੁਸੀਬਤ ਉਦਾਂ ਹੀ ਸਿਰ ਤੇ ਖਲੋਤੀ ਹੋਈ ਹੈ, ਪਿੰਡਾ ਜਿਹੜਾ ਹੁਣ ਉਦਾਂ ਹੀ ਤਪਦਾ ਹੈ। ਪਰ ਸਿੱਖਾਂ ਨੇ ਪੰਧ ਤੈਅ ਕਰਨ ਵਾਸਤੇ ਇਹ ਜਿਹੜਾ ਤਰੀਕਾ ਵਰਤਿਆ ਕਿ ਪਿੰਡੇ ਦੀ ਗਰਮੀ ਸਹਾਰ ਲਵਾਂਗੇ, ਪਿੰਡੇ ਦੇ ਧੁੱਪ ਨੂੰ ਸਹਾਰ ਲਵਾਂਗੇ, ਪਰ ਪੈਰਾਂ ਤੋਂ ਬਿਨਾਂ ਜਿਹੜਾ ਅਸੀਂ ਤੁਰ ਨਹੀਂ ਸਕਦੇ। ਤੁਰਨ ਦੇ ਵਾਸਤੇ ਸਿੱਖਾਂ ਨੇ ਕੱਪੜੇ ਪਾੜੇ ਹਨ ਤਨ ਦੇ ਉੱਤੋਂ, ਅਤੇ ਕੱਪੜੇ ਪਾੜ ਕੇ ਸਿੱਖਾਂ ਨੇ ਪੈਰਾਂ ਨੂੰ ਬੰਨ ਲਏ ਹਨ ਤਾਂ ਜੋ ਪੰਧ ਨੂੰ ਸੁਖਾਲੇ ਤਰੀਕੇ ਦੇ ਨਾਲ ਤੈਅ ਕੀਤਾ ਜਾ ਸਕੇ। ਚੌਪਈ ਇਸ ਬਿਦ ਸੰਗ ਉਤਰੇ ਦਰਿਆਏ, ਇਸ ਬਿਦ ਸਿੰਘ ਦੇ ਧਰੇ ਦਰਿਆਏ। ਇਸ ਤਰੀਕੇ ਦੇ ਨਾਲ ਸਿੱਖ ਜਿਹੜੇ ਉਹ ਦਰਿਆ ਪਾਰ ਕਰਕੇ ਹੌਲੀ ਹੌਲੀ ਤੁਰੇ ਜਾ ਰਹੇ ਹਨ। ਪਰ ਜਿਸ ਵਕਤ ਸਿੱਖਾਂ ਨੇ ਪੈਰਾਂ ਨੂੰ ਕੱਪੜੇ ਪਾਉਣ ਦਾ ਕੱਪੜੇ ਬੰਨਣ ਦਾ ਯਤਨ ਕੀਤਾ ਹੈ ਤੇ ਉੱਥੇ ਵੀ ਇਤਿਹਾਸ ਕਰ ਲੈਂਦੇ ਕਿ ਬੜੀ ਕਠਿਨ ਤਪੱਸਿਆ ਦੇ ਨਾਲ ਕੱਪੜੇ ਬੱਧੇ ਹਨ। ਕਿਉਂ? ਕਿਉਂਕਿ ਜਦੋਂ ਬੈਠਦੇ ਹਨ ਤੇ ਬੈਠਣ ਦੇ ਨਾਲ ਵੀ ਜਿਹੜੀ ਰੇਤ ਤਪਦੀ ਹੈ,
ਬੈਠ ਕੇ ਵੀ ਪੈਰਾਂ ਤੇ ਕੱਪੜੇ ਨਹੀਂ ਬੰਨ ਸਕਦੇ, ਇੰਨੀ ਜ਼ਿਆਦੀ ਜਿਹੜੀ ਰੇਤ ਹੈ ਉਹ ਸੇਕ ਮਾਰ ਰਹੀ ਹੈ। ਉੱਥੇ ਫਿਰ ਸਿੱਖਾਂ ਨੇ ਜਿਹੜਾ ਤਰੀਕਾ ਵਰਤਿਆ ਹੈ, ਇੱਕ ਪੈਰ ਤੇ ਖਲੋ ਕੇ, ਭਾਵ ਕਿ ਫਿਰ ਜਿਹੜਾ ਦੂਜੇ ਪੈਰ ਤੇ ਜਿਹੜਾ ਕੱਪੜਾ ਬੱਧਿਆ ਗਿਆ ਹੈ ਉਸ ਪੈਰ ਨੂੰ ਥੱਲੇ ਰੱਖਿਆ ਗਿਆ, ਫਿਰ ਦੂਜੇ ਪੈਰ ਤੇ ਕੱਪੜਾ ਬੱਧਿਆ ਗਿਆ ਹੈ। ਇਸ ਤਰੀਕੇ ਨਾਲ ਕਠਿਨ ਤਪੱਸਿਆ ਕੀਤੀ ਹੈ ਸਿੱਖਾਂ ਨੇ ਉਹਨਾਂ ਸਮਿਆਂ ਦੇ ਵਿੱਚ। ਤੇ ਫਿਰ ਕਿਤੇ ਜਾ ਕੇ ਸਿੱਖਾਂ ਨੇ ਪੈਰਾਂ ਤੇ ਕੱਪੜਾ ਬੱਧਾ, ਫਿਰ ਪੰਧ ਨੂੰ ਤੈਅ ਕੀਤਾ, ਤੇ ਫਿਰ ਕਿਤੇ ਜਾ ਕੇ ਸਿੱਖ ਡਿੱਗਦਿਆਂ ਢਹਿੰਦਿਆਂ ਮੁਸੀਬਤ ਨੂੰ ਸਾਹਮਣਾ ਕਰਦਿਆਂ ਹੋਇਆ ਰਾਵੀ ਦਰਿਆ ਦੇ ਪਾਰ ਕਰਕੇ ਰੇਤਾ ਦੇ ਉੱਤੇ ਸਫ਼ਰ ਤੈਅ ਕਰਦੇ ਹਨ। ਬੜੇ ਸਿੰਘ ਮਾਝੇ ਮੇ ਆਏ, ਬੜੇ ਸਿੰਘ ਮਾਝੇ ਮੈਂ ਆਏ। ਹੁਣ ਸਿੱਖ ਜਿਹੜੇ ਹਨ ਉਹ ਪੰਧ ਨੂੰ ਤੈਅ ਕਰਕੇ ਮਾਝੇ ਦੇਸ਼ ਦੇ ਵਿੱਚ ਆ ਗਏ ਹਨ। ਫੇਰ ਲੰਗੇ ਜਹ ਦੁਇ ਦਰਿਆਏ, ਫੇਰ ਲੰਗੇ ਜਹ ਦੋਏ ਦਰਿਆਏ। ਫਿਰ ਇੱਥੋਂ ਤੁਰਦਿਆਂ ਹੋਇਆ ਸਿੱਖ ਜਿਹੜਾ ਦੋ ਦਰਿਆ ਹੋਰ ਪਾਰ ਕੀਤੇ ਹਨ। ਉਹ ਦੋ ਦਰਿਆ ਕਿਹੜੇ ਹਨ? ਬਿਆਸਾ ਦਰਿਆ ਅਤੇ ਸਤਲੁਜ ਦਰਿਆ। ਕਿਉਂਕਿ ਇਹਨਾਂ ਦੋਵਾਂ ਦਾ ਮਿਲਾਪ ਜਾ ਕੇ ਹੁੰਦਾ ਹੈ ਹਰੀਕੇ ਪੱਤਣ। ਸਿੱਖ ਜਿਹੜੇ ਮਾਝੇ ਦੇਸ਼ ਦੇ ਵਿੱਚ ਆਏ, ਇਥੋਂ ਲੁਕਦੇ ਛਿਪਦੇ ਮੁਸੀਬਤ ਦਾ ਸਾਹਮਣਾ ਕਰਦੇ ਹੋਏ ਹਰੀਕੇ ਪੱਤਣ ਪਹੁੰਚੇ ਹਨ। ਤੇ ਜਿੱਥੇ ਬਿਆਸਾ ਦਰਿਆ ਦਾ ਸਤਲੁਜ ਦਰਿਆ ਦਾ ਆਪਸ ਵਿੱਚ ਮਿਲਾਪ ਹੁੰਦਾ ਹੈ, ਇੱਥੇ ਆ ਕੇ ਫਿਰ ਸਿੱਖਾਂ ਨੇ ਦੋਵਾਂ ਦਰਿਆਵਾਂ ਨੂੰ ਪਾਰ ਕੀਤਾ ਹੈ ਅਤੇ ਮਾਲਵੇ ਦੇਸ਼ ਨੂੰ ਜਾਣ ਦੀ ਤਿਆਰੀ ਕੀਤੀ ਹੈ। ਇਮਕਰ ਪੁੱਜੇ ਜੰਗਲ ਜਾਏ, ਇਮਕਰ ਪੁੱਜੇ ਜੰਗਲ ਜਾਏ। ਕਿਉਂਕਿ ਜਿਹੜਾ ਮਾਲਵਾ ਦੇਸ਼ ਹੈ ਹਰੀਕੇ ਪੱਤਣ ਤੋਂ ਅਗਲਾ ਇਲਾਕਾ ਉਹਨਾਂ ਦਿਨਾਂ ਦੇ ਵਿੱਚ ਅੱਜ ਤੇ ਚਲੋ ਬਹੁਤ ਕੁਝ ਬਦਲਿਆ ਹੈ, ਆਪਾਂ ਅੱਖਾਂ ਨਾਲ ਵੇਖਦੇ ਹਾਂ, ਪਰ ਉਹਨਾਂ ਦਿਨਾਂ ਦੇ ਵਿੱਚ ਜਦੋਂ ਰਾਵੀ ਦਰਿਆ ਨੂੰ ਹਰੀਕੇ ਪੱਤਣ ਨੂੰ ਪਾਰ ਕੀਤਾ ਤੇ ਅਗਲੇ ਬੰਨੇ ਜੰਗਲ ਹੀ ਜੰਗਲ ਹੈ, ਰੁੱਖ ਹੀ ਰੁੱਖ ਹੈ। ਸਿੱਖਾਂ ਨੇ ਜਦੋਂ ਹਰੀਕੇ ਪੱਤਣ ਪਾਰ ਕਰ ਲਿਆ, ਦੋ ਦਰਿਆਵਾਂ ਦੇ ਸੁਮੇਲ ਨੂੰ ਪਾਰ ਕਰ ਲਿਆ, ਅਗਲੇ ਬੰਨੇ ਜੰਗਲ ਆ ਗਿਆ ਹੈ। ਤੇ ਜੰਗਲ ਦੇ ਵਿੱਚੋਂ ਦੀ ਹੁੰਦਿਆਂ ਹੋਇਆ ਸਿੱਖ ਜਿਹੜੇ ਮਾਲਵੇ ਇਲਾਕੇ ਦੇ ਵਿੱਚ ਪਹੁੰਚ ਗਏ ਹਨ। ਹੈ ਜੈਤੋ ਕੇ ਉਹਾਂ ਗ੍ਰਾਮ, ਹੈ ਜੈਤੋ ਕੇ ਉਹਾਂ ਗ੍ਰਾਮ। ਮਾਲਵੇ ਦੇ ਵਿੱਚ ਇੱਕ ਪਿੰਡ ਆਉਂਦਾ ਜਿਹਨੂੰ ਜੈਤੋ ਕਾ ਗ੍ਰਾਮ ਕਿਹਾ ਜਾਂਦਾ। ਗ੍ਰਾਮ ਤੋਂ ਭਾਵ ਨਗਰ, ਤੇ ਜੈਤੋ ਭਾਵ ਕਿ ਪਿੰਡ ਦਾ ਨਾਮ। ਜੈਤੋ ਦੇ ਨਾਮ ਦਾ ਇੱਕ ਪਿੰਡ ਆਉਂਦਾ ਹੈ, ਉਸ ਪਿੰਡ ਦੇ ਵਿੱਚ ਸਿੱਖ ਫਿਰ ਪਹੁੰਚ ਗਏ ਹਨ। ਉਤਰੇ ਸਿੰਘ ਕਰ ਉਹਾਂ ਥਾਮ, ਉਤਰੇ ਸਿੰਘ ਕਰ ਉਹਾਂ ਥਾਮ। ਸਿੱਖ ਉਸ ਪਿੰਡ ਦੇ ਵਿੱਚ ਪਹੁੰਚੇ ਹਨ। ਤੇ ਖਾਸ ਕਰਕੇ ਜਿਹੜਾ ਮਾਲਵਾ ਇਲਾਕਾ ਹੈ, ਉਸ ਇਲਾਕੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਮਾਂ ਬਤੀਤ ਕੀਤਾ। ਕਈ ਸਾਲ ਜਿਹੜੇ ਉੱਥੇ ਰਹਿ ਕੇ ਪ੍ਰਚਾਰ ਕੀਤਾ ਹੈ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਆਪਣੇ ਅੰਤਲੇ ਸਮੇਂ ਚਮਕੌਰ ਦੀ ਜੰਗ ਲੜਨ ਤੋਂ ਬਾਅਦ ਇਸ ਮਾਲਵੇ ਦੇਸ਼ ਵਿੱਚ ਆਏ ਹਨ। ਇਸ ਮਾਲਵੇ ਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਹੈ। ਤੇ ਜਿਸ ਜਗ੍ਹਾ ਤੇ ਸਾਡਾ ਸ਼੍ਰੀ ਦਮਦਮਾ ਸਾਹਿਬ ਤਖਤ ਬਣਿਆ ਹੋਇਆ ਹੈ, ਇੱਥੇ ਸਤਿਗੁਰੂ ਜੀ ਨੇ ਕਈ ਕੌਤਕ ਕੀਤੇ ਹਨ। ਇੱਥੇ ਸਤਿਗੁਰੂ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਹੈ ਅਤੇ ਸਿੱਖਾਂ ਦੀ ਝੋਲੀ ਵਿੱਚ ਸਭ ਤੋਂ ਵੱਡਾ ਕਾਰਨਾਮਾ ਕਰਕੇ ਵਿਖਾਇਆ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਨੂੰ ਆਦਿ ਗ੍ਰੰਥ ਵਿੱਚ ਦਰਜ ਕਰਕੇ ਸੰਪੂਰਨ ਗ੍ਰੰਥ ਕਰ ਦਿੱਤਾ, ਜਿਹਦਾ ਪਿਛਲੇ ਦਿਨਾਂ ਵਿੱਚ ਗੁਰਤਾ ਗੱਦੀ ਦਿਵਸ ਨਿਕਲਿਆ ਹੈ। ਭਾਵ ਕਿ ਉਹ ਸੰਪੂਰਨ ਗ੍ਰੰਥ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮਾਲਵੇ ਦੀ ਧਰਤੀ ਤੇ ਜਿੱਥੇ ਅੱਜ ਕੱਲ ਤਖਤ ਸ਼੍ਰੀ ਦਮਦਮਾ ਸਾਹਿਬ ਹੈ, ਉਸ ਸਥਾਨ ਤੇ ਸਤਿਗੁਰੂ ਜੀ ਨੇ ਸੰਪੂਰਨ ਕੀਤਾ। ਮਾਲਵੇ ਇਲਾਕੇ ਦੇ ਵਿੱਚ ਸਿੱਖਾਂ ਦੇ ਵਾਸਤੇ ਜਿਹੜਾ ਵਾ ਉਹ ਸੁਖਾਲਾ ਸੀ, ਕਿਉਂਕਿ ਉਸ ਇਲਾਕੇ ਦੇ ਵਿੱਚ ਸਿੱਖਾਂ ਦੀ ਜਿਹੜੀ ਜਾਣ ਪਛਾਣ ਵੀ ਕਾਫੀ ਸੀ ਤੇ ਲੋਕ ਵੀ ਸਿੱਖਾਂ ਦੀ ਹਮਦਰਦੀ ਰੱਖਦੇ ਸਨ। ਪਰ ਆ ਜਿਹੜਾ ਮਾਝਾ ਏਰੀਆ ਸੀ, ਇਹ ਸਿੱਖਾਂ ਦੇ ਵਾਸਤੇ ਖਤਰਾ ਸੀ ਉਹਨਾਂ ਦਿਨਾਂ 'ਚ, ਕਿਉਂਕਿ ਇਸ ਇਲਾਕੇ ਦੇ ਵਿੱਚ ਸਰਕਾਰ ਦੀ ਬੰਦਿਸ਼ ਅਤੇ ਲੋਕ ਵੀ ਜਿਹੜੇ ਸਿੱਖਾਂ ਨੂੰ ਪਸੰਦ ਨਹੀਂ ਸੀ ਕਰਦੇ ਬਹੁਤਾਤ ਦੇ ਵਿੱਚ, ਕਿਉਂਕਿ ਬਹੁਤਾਤ ਦੇ ਵਿੱਚ ਇੱਧਰ ਲੋਕ ਜਿਹੜੇ ਸਰਕਾਰ ਨਾਲ ਜੁੜੇ ਹੋਏ ਸਨ। ਤੇ ਮਾਲਵੇ ਇਲਾਕੇ ਦੇ ਵਿੱਚ ਸਿੱਖ ਜਿਹੜੇ ਸਿੱਖਾਂ ਦਾ ਜਿਹੜਾ ਸਤਿਕਾਰ ਸੀ, ਸਿੱਖਾਂ ਦੇ ਹਮਦਰਦੀ ਸਨ ਤੇ ਲੋਕ ਜਿਹੜੇ ਸਿੱਖਾਂ ਦਾ ਸਤਿਕਾਰ ਕਰਦੇ ਸਨ, ਕਿਉਂਕਿ ਉਸ ਇਲਾਕੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ
ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਿੱਖੀ ਦਾ ਬੂਟਾ ਲਾਇਆ ਹੋਇਆ ਸੀ, ਜਿਸ ਕਰਕੇ ਲੋਕਾਂ ਨੇ ਸਿੱਖਾਂ ਦੀ ਹਮਦਰਦੀ ਕੀਤੀ। ਤੇ ਜਿਸ ਵਕਤ ਸਿੱਖ ਜੈਤੋ ਕੇ ਪਿੰਡ ਪਹੁੰਚੇ ਹਨ, ਫਿਰ ਉਸ ਪਿੰਡ ਦੇ ਲੋਕਾਂ ਨੇ ਸਿੱਖਾਂ ਦਾ ਬਹੁਤ ਜ਼ਿਆਦਾ ਸਤਿਕਾਰ ਕੀਤਾ ਤੇ ਆਓ ਭਗਤ ਕੀਤੀ ਅਤੇ ਜ਼ਖਮੀ ਸਿੱਖਾਂ ਦਾ ਇਲਾਜ ਕਰਾਉਣ ਦਾ ਪ੍ਰਬੰਧ ਕੀਤਾ। ਅਗਲੇਰੇ ਪ੍ਰਸੰਗ ਨੂੰ ਆਪਾਂ ਕੱਲ ਦੇ ਦੀਵਾਨਾਂ 'ਚ ਵਿਚਾਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਨੇ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।